गुड मॉर्निंग स्टूडेंट्स। बेटे अज का अपना एक टॉपिक है। इस विच ये जिहड़ा लैक्चर है अपना +1 क्लास ਲਈ है। जो अपना फर्स्ट लैसन है वो है वैब डिज़ाइन और विद HTML एंड CSS। पहले तो बेटे आपां नूं पता होना चाहिए है कि वैब डिज़ाइनिंग की आपां नूं लोड़ पैंदी क्यों है। तुसीं सब बच्चों ने किसी ना किसी तरह की कोई ना कोई वैबसाइट जरूर चलाई होएगी। जिस तरह तुसीं अपनी ऑनलाइन एडमिशन लई ਜਾਂ ਤੁਸੀਂ ਆਪਣਾ ਕੋਈ ਰਜਿਸਟ੍ਰੇਸ਼ਨ ਲਈ ਜਾਂ ਤੁਸੀਂ ਕੋਈ ਐਪ ਵੀ ਡਾਊਨਲੋਡ ਕਰਦੇ ਆ ਤਾਂ ਉਹਦੇ ਲਈ ਜਾਂ ਕੁਛ ਕੋਈ ਮੂਵੀ ਕੋਈ ਨੋਟਸ ਜਾਂ ਕੋਈ ਹੋਰ ਵੀ ਇੰਟਰਨੈਟ 'ਤੇ ਕੁਛ ਵੀ ਸਰਚ ਕਰਦੇ ਹੋ ਤਾਂ ਉਸ ਲਈ ਆਪਾਂ ਨੂੰ ਇੱਕ ਵੈਬਸਾਈਟ ਨੂੰ ਓਪਨ ਕਰਨਾ ਪੈਂਦਾ ਹੈ। ਹੁਣ ਬੇਟਾ ਕੁਐਸਚਨ ਇਹ ਅਰਾਈਜ਼ ਹੁੰਦਾ ਹੈ ਕਿ ਜੋ ਇਹ ਵੈਬਸਾਈਟ ਹੈ ਉਹਨੂੰ ਬਣਾਇਆ ਕਿਵੇਂ ਜਾਂਦਾ ਹੈ। ਵੈਬਸਾਈਟ ਨੂੰ ਬਣਾਉਣ ਲਈ ਆਪਣੇ ਕੋਲ ਇੱਕ ਲੈਂਗੁਏਜ ਹੁੰਦੀ ਹੈ ਜਿਸ ਦਾ ਨਾਮ ਹੈ HTML, ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਇੱਕ ਲੈਂਗੁਏਜ ਹੈ ਜਿਸ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਟੈਗਸ ਦੀ ਵਰਤੋਂ ਕਰਕੇ ਇੱਕ ਵਧੀਆ ਵੈਬਸਾਈਟ ਨੂੰ ਬਣਾ ਸਕਦੇ ਹਾਂ। ਇਹ ਵੈਬਸਾਈਟ ਬਣਾਉਣ ਵਾਲੇ 'ਤੇ ਕਨਸੈਪਟ 'ਤੇ ਡਿਪੈਂਡ ਕਰਦਾ ਹੈ ਕਿ ਉਹ ਵੈਬਸਾਈਟ ਕਿੰਨੀ ਕੁ ਵਧੀਆ ਬਣਾਉਂਦਾ ਹੈ। ਹੁਣ ਤੁਹਾਨੂੰ ਸਾਰਿਆਂ ਨੂੰ ਨਜ਼ਰ ਆ ਰਿਹਾ ਹੋਣਾ ਤੁਹਾਡਾ ਜੋ ਫਸਟ ਚੈਪਟਰ ਹੈ ਇੰਟਰੋਡਕਸ਼ਨ। ਇਸ ਵਿੱਚ ਦੇਖੋ ਆਪਾਂ ਪੜ੍ਹਦੇ ਹਾਂ ਥੋੜ੍ਹਾ ਨਾਲੇ ਤੁਹਾਨੂੰ ਕਲੀਅਰ ਹੋਏਗਾ। ਵੈਬ डिज़ाइन इज़ द प्रोसैस ऑफ क्रिएटिंग वैबसाइट्स। बेटा तुम मैं पहले ही गल की है कि वैब डिज़ाइन की है किसी वैबसाइट को बनाने का प्रोसैस है। इट इंक्लूड सैवरल एस्पैक्ट सच एज वैब पेज लेआउट कंटेंट प्रोडक्शन। बेटा वैब पेज लेआउट की है। वैब पेज का तुहानूं पता लग ही गया किसी वैबसाइट का एक पेज। लेआउट तुसीं पिछलियां क्लासिस दे विच पढ़िया होएगा कि लेआउट की हुंदा है किसी पेज का देखण का तरीका कि वो पेज आपां नूं किस तरीके का नज़र आ रहा है। कंटेंट प्रोडक्शन का मतलब है कि उस विच किस तरह के कंटेंट्स नूं प्रोड्यूस किया जाएगा कि वो जिवें तुसीं मान लो कोई स्टडी रिलेटिड वैबसाइट खोलते हो तो उनके स्टडी रिलेटिड कंटेंट होएगा। इस तरह कोई बैंकिंग की खोलोगे तो उनके बैंक नाल रिलेटिड कंटेंट होएगा। एंड ग्राफिक डिज़ाइन ग्राफिक बेटा तुसीं पढ़िया होएगा कि वैबसाइट्स दे विच जो अलग अलग तरह दी आपां नूं फोटोज़ ਜਾਂ ਲੋਗੋਜ਼ ਨਜ਼ਰ ਆਉਂਦੇ ਨੇ ਉਹਨਾਂ ਨੂੰ ਆਪਾਂ ਕੀ ਬੋਲਦੇ ਆ ਗ੍ਰਾਫਿਕ। ਯਾਨੀ ਕਿ ਤਿੰਨ ਚੀਜ਼ਾਂ ਹੁੰਦੀਆਂ ਨੇ ਵੈਬ ਪੇਜ ਦਾ ਲੇਆਊਟ, ਕੰਟੈਂਟ ਪ੍ਰੋਡਕਸ਼ਨ ਐਂਡ ਗ੍ਰਾਫਿਕ ਡਿਜ਼ਾਈਨ। ਵੈਬਸਾਈਟਸ ਆਰ ਕ੍ਰੀਏਟਡ ਯੂਜ਼ਿੰਗ ਏ ਮਾਰਕਅਪ ਲੈਂਗੁਏਜ ਕਾਲਡ HTML। ਇਹ ਬੇਟਾ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਿਆ ਕਿ HTML ਆਪਣੇ ਕੋਲ ਲੈਂਗੁਏਜ ਹੈ ਜਿਸ ਦੀ ਵਰਤੋਂ ਕਰਕੇ ਆਪਾਂ ਕਿਸੇ ਇੱਕ ਵੈਬ ਪੇਜ ਦਾ ਡਿਜ਼ਾਈਨ ਬਣਾ ਸਕਦੇ ਹਾਂ। ਵੈਬ ਡਿਜ਼ਾਈਨਰਸ ਬਿਲਡ ਵੈਬ ਪੇजेस ਯੂਜ਼ਿੰਗ HTML ਟੈਗਸ that defines the content and metadata of each page। ਹੁਣ ਬੇਟਾ ਇਹਦੇ ਵਿੱਚ ਕੀ ਹੈ ਕੰਟੈਂਟ ਤਾਂ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਿਆ। ਹੁਣ ਆਪਣੇ ਕੋਲ ਸ਼ਬਦ ਆਉਂਦਾ ਮੈਟਾਡਾਟਾ। ਮੈਟਾਡਾਟਾ ਦੀ ਜੋ ਓਰੀਜਨਲ ਡੈਫੀਨੇਸ਼ਨ ਹੈ ਡਾਟਾ ਅਬਾਊਟ ਡਾਟਾ, ਮਤਲਬ ਕਿਸੇ ਡਾਟਾ ਦੇ ਬਾਰੇ ਅੱਗੋਂ ਕਿਸੇ ਹੋਰ ਡਾਟਾ ਦਾ ਆਪਾਂ ਪਤਾ ਕਰਨਾ। ਹੁਣ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਹੈ ਵੈਬ ਡਿਜ਼ਾਈਨਰਸ ਯਾਨੀ ਕਿ ਜਿਹੜੇ ਵੈਬਸਾਈਟਸ ਨੂੰ ਬਣਾਉਂਦੇ ਨੇ। ਜਿਵੇਂ ਹੁਣ ਜੇਕਰ ਆਪਾਂ ਬਣਾਉਂਦੇ ਹਾਂ ਤਾਂ ਆਪਾਂ ਨੂੰ ਕੀ ਬੋਲਿਆ ਜਾਏਗਾ ਵੈਬ ਡਿਜ਼ਾਈਨਰ। ਬਿਲਡ ਵੈਬ ਪੇजेस ਉਹ ਵੈਬ ਪੇजेस ਨੂੰ ਬਣਾਉਂਦੇ ਨੇ HTML ਟੈਗਸ ਦੀ ਵਰਤੋਂ ਕਰਕੇ ਤੇ ਜਿਹੜੇ ਉਹਦੇ ਵਿੱਚ ਕੰਟੈਂਟਸ ਨੇ ਉਹਨਾਂ ਪੇजेस ਦੇ ਵਿੱਚ ਫੀਡ ਕਰਕੇ। ਦ ਲੇਆਊਟ ਐਂਡ ਅਪੀਅਰੈਂਸ ਆਫ ਦ ਐਲੀਮੈਂਟਸ ਵਿਦਿਨ ਅ ਵੈਬ ਪੇਜ ਆਰ ਟਿਪੀਕਲੀ ਡਿਫਾਈਨਡ ਯੂਜ਼ਿੰਗ ਦ CSS। ਬੇਟਾ CSS ਕੀ ਹੈ? CSS ਇੱਕ ਟੈਕਨੀਕ ਹੈ ਜਿਹੜੀ ਆਪਾਂ HTML ਦੇ ਵਿੱਚ ਯੂਜ਼ ਕਰਦੇ ਹਾਂ। ਇਹ ਆਪਾਂ ਇਹਦੇ ਬਾਰੇ ਅੱਗੇ ਜ਼ਿਆਦਾ ਡਿਟੇਲ ਦੇ ਵਿੱਚ ਪੜ੍ਹਾਂਗੇ। ਫਿਲਹਾਲ ਤੁਸੀਂ ਇੰਨਾ ਕੁ ਧਿਆਨ ਵਿੱਚ ਰੱਖੋ ਕਿ CSS ਇੱਕ ਟੈਕਨੀਕ ਹੈ ਜਿਹਦੀ ਵਰਤੋਂ ਵੈਬ ਪੇਜ ਦੇ ਵਿੱਚ ਕਿਸੇ ਐਲੀਮੈਂਟ ਦੀ ਅਪੀਅਰੈਂਸ ਨੂੰ ਦਿਖਾਉਣ ਲਈ ਵਰਤੀ ਜਾਂਦੀ ਹੈ। Therefore, most websites include a combination of HTML and CSS that defines how each page will appear in a browser। ਯਾਨੀ ਕਿ ਇੱਕ ਵੈਬਸਾਈਟਸ ਦੇ ਵਿੱਚ HTML ਤੇ CSS ਦੇ ਕੰਬੀਨੇਸ਼ਨ ਹੋਣਗੇ ਕਿ ਉਹ ਕਿਸ ਤਰੀਕੇ ਦੇ ਨਾਲ ਨਜ਼ਰ ਆਏਗੀ। ਸਮ ਵੈਬ ਡਿਜ਼ਾਈਨਰਸ ਪ੍ਰੈਫਰ ਅ ਹੈਂਡ ਕੋਡ ਪੇਜ ਟਾਈਪਿੰਗ HTML ਐਂਡ CSS ਫਰੋਮ ਸਕ੍ਰੈਚ। Some web designers prefer to hand code pages while others use WYSI, WYG editor like Adobe Dreamweaver। बेटा की है कि ਵੈਬਸਾਈਟਸ ਨੂੰ ਬਣਾਉਣ ਲਈ ਦੋ ਤਰੀਕੇ ਨੇ। ਪਹਿਲਾ ਤਾਂ ਹੈ ਕਿ ਆਪਾਂ ਉਹਦੇ ਵਾਸਤੇ ਕੁਝ ਕੋਡ ਲਿਖਾਂਗੇ। ਕੋਡ ਯਾਨੀ ਕਿ ਆਪਾਂ ਕੀਬੋਰਡ ਨਾਲ ਟਾਈਪ ਕਰਾਂਗੇ। ਉਹਦੇ ਵਿੱਚ ਆਪਣੇ ਕੋਲ HTML ਤੇ CSS ਆ ਜਾਂਦੀ ਹੈ।
और दूसरा मैथड है WYSI WYG एक ਟੈਕਨੀਕ ਹੈ, मतलब वट यू सी इज़ वट यू गेट। ਇਹਦੇ ਵਿੱਚ ਕੀ ਹੋਏਗਾ, ਇੱਕ ਡਿਜ਼ਾਈਨਰ ਸੌਫਟਵੇਅਰ ਹੋਏਗਾ ਜਿਹਨੂੰ ਆਪਾਂ ਅਡੋਬ ਡਿਜ਼ਾਈਨ ਵੀਵਰ ਕਹਿੰਦੇ ਆ। ਇਹਦੇ ਵਿੱਚ ਆਪਾਂ ਨੂੰ ਜ਼ਿਆਦਾ ਕੁਝ ਕਮਾਂਡਸ ਨੂੰ ਟਾਈਪ ਕਰਨ ਦੀ ਜ਼ਰੂਰਤ ਨਹੀਂ ਪਏਗੀ। ਬਸ ਇਹਦੇ ਵਿੱਚ ਆਪਾਂ ਕੀ ਕਰਾਂਗੇ, ਅਲੱਗ-ਅਲੱਗ ਟੂਲਸ ਦੀ ਵਰਤੋਂ ਕਰਕੇ ਇੱਕ ਵੈਬ ਪੇਜ ਦੀ ਡਿਜ਼ਾਈਨਿੰਗ ਕਰ ਲਾਂਗੇ। ਇਹ ਡਿਪੈਂਡ ਕਰਦਾ ਆਪਣੀ ਰਿਕੁਆਇਰਮੈਂਟ ਤੇ ਕਿ ਆਪਾਂ ਕਿਸ ਤਰ੍ਹਾਂ ਦਾ ਪੇਜ ਬਣਾਉਣਾ ਹੈ। This type of editor provides a visual interface for designing the web page layout, and the software automatically generates the corresponding HTML and CSS code। ਇਸ ਤਰ੍ਹਾਂ ਦੇ ਇੰਟਰਫੇਸ ਦੇ ਵਿੱਚ ਕੀ ਹੁੰਦਾ ਹੈ, ਇੱਕ ਵਿਜ਼ੂਅਲ ਇੰਟਰਫੇਸ ਆਪਾਂ ਨਜ਼ਰ ਆਏਗਾ। ਵਿਜ਼ੂਅਲ ਇੰਟਰਫੇਸ ਦਾ ਮਤਲਬ ਆਪਾਂ ਨੂੰ ਸਾਹਮਣੇ ਟੂਲਸ ਨਜ਼ਰ ਆ ਜਾਣਗੇ, ਤੇ ਜਿਵੇਂ ਆਪਾਂ ਉਹਨਾਂ ਟੂਲਸ ਨੂੰ ਡਿਜ਼ਾਈਨ ਕਰਾਂਗੇ, ਜਿਹੜਾ ਉਹਦੀ ਕੋਡਿੰਗ ਹੈ ਉਹ ਆਟੋਮੈਟਿਕਲੀ ਕੰਪਿਊਟਰ ਦੇ ਰਾਹੀਂ ਜਨਰੇਟ ਹੁੰਦੀ ਜਾਏਗੀ। We have studied about basics of HTML and CSS in the previous class, that is in 10th class। ਬੇਟਾ ਤੁਸੀਂ 10th ਦੇ ਵਿੱਚ ਇਹਦੇ ਬਾਰੇ ਪੜ੍ਹਿਆ ਹੋਏਗਾ, ਇਹ ਕੁਝ ਖਾਸ ਨਹੀਂ ਹੈ। ਆਪਾਂ ਚਲਦੇ ਹਾਂ ਨੈਕਸਟ ਪੇਜ ਤੇ। ਆਪਣਾ ਜਿਹੜਾ ਨੈਕਸਟ ਮੇਨ ਟੌਪਿਕ ਹੈ ਉਹ ਕੀ ਹੈ, ਵਾਟ ਇਜ਼ ਅ ਗੁੱਡ ਵੈਬ ਡਿਜ਼ਾਈਨ। ਵੈਬ ਡਿਜ਼ਾਈਨ, ਚੰਗਾ ਪੇਜ ਡਿਜ਼ਾਈਨ ਕਰਨ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ। ਇਹ ਵੈਬਸਾਈਟ ਇਜ਼ ਕ੍ਰੀਏਟਿਡ ਫॉर द ਪਰਪਸ ਆਫ ਸ਼ੇਅਰਿੰਗ ਇਨਫੋਰਮੇਸ਼ਨ ਵਿਦ ਦ ਜਨਰਲ ਪਬਲਿਕ। ਮਤਲਬ ਬੇਟਾ ਵੈਬਸਾਈਟਸ ਨੂੰ ਚਲਾਉਂਦਾ ਕੌਣ ਹੈ, ਵੈਬਸਾਈਟਸ ਨੂੰ ਆਪਾਂ ਲੋਕ ਚਲਾਉਂਦੇ ਹਾਂ। ਕਿਸ ਲਈ ਚਲਾਉਂਦੇ ਹਾਂ, ਅਲੱਗ-ਅਲੱਗ ਤਰ੍ਹਾਂ ਦੀ ਇਨਫੋਰਮੇਸ਼ਨ ਲੈਣ ਲਈ, ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਨ ਲਈ। ਜਦੋਂ ਆਪਾਂ ਵੈਬਸਾਈਟ ਨੂੰ ਯੂਜ਼ ਕਰਦੇ ਹਾਂ ਤਾਂ ਆਪਾਂ ਕੀ ਹੋ ਜਾਂਦੇ ਹਾਂ, ਜਨਰਲ ਪਬਲਿਕ। ਜਦੋਂ ਆਪਾਂ ਵੈਬਸਾਈਟ ਨੂੰ ਡਿਜ਼ਾਈਨ ਕਰਦੇ ਹਾਂ ਤਾਂ ਆਪਾਂ ਕੀ ਹੋ ਜਾਂਦੇ ਹਾਂ, ਵੈਬ ਡਿਵੈਲਪਰ। ਹੁਣ ਆਪਾਂ ਆਮ ਲੋਕਾਂ ਦੀ ਰਿਕੁਆਇਰਮੈਂਟ ਨੂੰ ਵੇਖਦੇ ਹੋਏ ਉਹਨਾਂ ਦੇ ਹਿਸਾਬ ਨਾਲ ਡਿਜ਼ਾਈਨ ਕਰਨਾ ਹੈ ਕਿ ਉਹਨਾਂ ਨੂੰ ਵੈਬ ਪੇਜ ਨੂੰ ਪੜ੍ਹਨਾ ਕਿਸ ਤਰੀਕੇ ਦੇ ਨਾਲ ਆਸਾਨ ਹੋਵੇਗਾ। Therefore the success of a website depends on its design। ਜੇਕਰ ਤੁਹਾਡੀ ਵੈਬਸਾਈਟ ਦਾ ਡਿਜ਼ਾਈਨ, ਕੰਟੈਂਟ ਤੇ ਸਪੀਡ ਵਧੀਆ ਹੋਏਗੀ ਤਾਂ ਤੁਹਾਡਾ ਜਿਹੜਾ ਵੈਬ ਪੇਜ ਹੈ ਉਹ ਵਧੀਆ ਚੱਲੇਗਾ। ਅਦਰਵਾਈਜ਼ ਜੇਕਰ ਮੰਨ ਲਓ ਤੁਹਾਡੀ ਵੈਬਸਾਈਟ ਦਾ ਡਿਜ਼ਾਈਨ ਹੀ ਨਹੀਂ ਸੋਹਣਾ, ਜਦੋਂ ਉਸ ਵੈਬਸਾਈਟ ਨੂੰ ਖੋਲ੍ਹਿਆ ਜਾਏਗਾ ਤਾਂ ਆਮ ਜਿਹੜਾ ਬੰਦਾ ਵੈਬਸਾਈਟ ਨੂੰ ਖੋਲ੍ਹਦਾ ਹੈ ਤਾਂ ਉਹਦੇ ਵਾਸਤੇ ਉਹਦਾ ਕੋਈ ਇੰਪਰੈਸ਼ਨ ਵਧੀਆ ਨਹੀਂ ਪੈਂਦਾ, ਤਾਂ ਅਗਲੀ ਵਾਰੀ ਉਸ ਵੈਬ ਪੇਜ ਨੂੰ ਨਹੀਂ ਖੋਲ੍ਹੇਗਾ, ਚਾਹੇ ਉਹਦੇ ਵਿੱਚ ਜਿੰਨੀ ਮਰਜ਼ੀ ਵਧੀਆ ਇਨਫੋਰਮੇਸ਼ਨ ਹੋਏ। ਯਾਨੀ ਕਿ ਸਭ ਤੋਂ ਪਹਿਲਾ ਜੋ ਮੇਨ ਕੰਮ ਹੈ, ਤੁਹਾਡੇ ਵੈਬਸਾਈਟ ਦਾ ਜਿਹੜਾ ਡਿਜ਼ਾਈਨ ਹੈ ਉਹ ਵਧੀਆ ਹੋਣਾ ਚਾਹੀਦਾ ਹੈ। ਦੂਸਰੇ ਨੰਬਰ 'ਤੇ ਉਹਦੇ 'ਚ ਕੰਟੈਂਟਸ ਵਧੀਆ ਹੋਣੇ ਚਾਹੀਦੇ ਨੇ। ਤੀਸਰੇ ਨੰਬਰ 'ਤੇ ਉਹਦੀ ਸਪੀਡ ਵੀ ਚੰਗੀ ਹੋਣੀ ਚਾਹੀਦੀ ਹੈ। ਵੈਬ ਪੇਜ ਡਿਜ਼ਾਈਨ ਇਜ਼ ਅ ਵੈਰੀ ਇੰਪੋਰਟੈਂਟ ਐਲੀਮੈਂਟ। The website is used in different parts of the world, and in different parts different languages is written, spoken, understood around the world। ਹੁਣ ਦੇਖੋ ਪੂਰੀ ਦੁਨੀਆ ਦੇ ਵਿੱਚ ਵੈਬਸਾਈਟਸ ਨੂੰ ਡਿਵੈਲਪ ਕੀਤਾ ਜਾਂਦਾ ਹੈ ਤੇ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਲੈਂਗੁਏਜਸ ਲਿਖੀਆਂ ਜਾਂਦੀਆਂ ਨੇ, ਬੋਲੀਆਂ ਜਾਂਦੀਆਂ ਨੇ ਜਾਂ ਸਮਝੀਆਂ ਜਾਂਦੀਆਂ ਨੇ। ਸੋ the wording and the language used on the websites are very important for ordinary people ਟੂ ਅੰਡਰਸਟੈਂਡ। ਇਸ ਲਈ ਜੋ ਵੈਬਸਾਈਟ 'ਤੇ ਆਪਾਂ ਵਰਡਿੰਗ ਲਿਖਣੀ ਹੈ ਉਹ ਆਪਣੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਉਹ ਸਾਰਿਆਂ ਨੂੰ ਸਮਝ ਆ ਸਕੇ। ਇਨ ਆਰਡਰ ਟੂ ਕ੍ਰੀਏਟ ਅ ਗੁੱਡ ਵੈਬਸਾਈਟ ਡਿਜ਼ਾਈਨ ਵੀ ਨੀਡ ਪ੍ਰੋਫੈਸ਼ਨਲਸ ਫਰੋਮ ਡਿਫਰੈਂਟ ਫੀਲਡ। ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਫੈਸ਼ਨਲ ਤਾਂ ਬੇਟਾ ਤੈਨੂੰ ਪਤਾ ਹੀ ਹੋਣਾ ਕੀ ਹੁੰਦਾ ਹੈ ਕਿ ਜਿਹੜੇ ਆਪਦੇ ਕੰਮ ਦੇ ਵਿੱਚ ਐਕਸਪਰਟ ਹੋਣ। ਆਪਾਂ ਨੂੰ ਅਲੱਗ-ਅਲੱਗ ਫੀਲਡ ਦੇ ਪ੍ਰੋਫੈਸ਼ਨਲ ਚਾਹੀਦੇ ਹੋਣਗੇ। ਦੇਅਰ ਆਰ 8 ਇੰਪੋਰਟੈਂਟ ਪ੍ਰਿੰਸੀਪਲ ਫॉर ਅ ਗੁੱਡ ਵੈਬਸਾਈਟ ਡਿਜ਼ਾਈਨ। ਆਪਣੇ ਕੋਲ 8 ਪ੍ਰਿੰਸੀਪਲਸ ਨੇ ਜਿਹੜੇ ਤੁਹਾਨੂੰ ਨੀਚੇ ਦਿਖਾਈ ਵੀ ਦੇ ਰਹੇ ਨੇ, ਤੇ ਆਪਾਂ ਇੱਕ ਇੱਕ ਕਰਕੇ ਇਹਨਾਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲੇ ਹੈ ਸਿੰਪਲਿਸਿਟੀ। ਦ ਕਲੀਨ ਐਂਡ ਫਰੈਸ਼ ਡਿਜ਼ਾਈਨ ਫॉर ਅ ਵੈਬਸਾਈਟ ਸ਼ੁੱਡ ਬੀ ਪ੍ਰੈਫਰਡ। ਮਤਲਬ ਜਿਹੜਾ ਡਿਜ਼ਾਈਨ ਹੈ ਇੱਕ ਤਾਂ ਨਵਾਂ ਹੋਣਾ ਚਾਹੀਦਾ ਹੈ ਤੇ ਇੱਕ ਸਾਫ਼ ਸੁਥਰਾ ਹੋਣਾ ਚਾਹੀਦਾ। ਜ਼ਿਆਦਾ ਰਸ਼ ਜਾਂ ਨਹੀਂ ਉਹਦੇ ਵਿੱਚ ਹੋਣਾ ਚਾਹੀਦਾ ਕਿ ਜਦੋਂ ਕੋਈ ਖੋਲ੍ਹੇ ਤੁਹਾਨੂੰ ਅਜੀਬ ਜਿਹਾ ਲੱਗੇ ਕਿ ਇਹ ਕੀ ਵੈਬਸਾਈਟ ਮੈਂ ਖੋਲ੍ਹ ਲਈ। ਇਸ ਲਈ ਜੋ ਵੈਬਸਾਈਟ ਦਾ ਡਿਜ਼ਾਈਨ ਹੈ ਉਹ ਫਰੈਸ਼ ਐਂਡ ਕਲੀਨ ਹੋਣਾ ਚਾਹੀਦਾ ਹੈ। ਦਿਸ ਰਿਡਿਊਸ ਦ ਲੋਡਿੰਗ ਟਾਈਮ ਆਫ ਦ ਵੈਬਸਾਈਟ ਐਂਡ ਮੇਕਸ ਇਟ ਈਜ਼ੀਅਰ ਟੂ ਅਪਡੇਟ। ਇਹਦੇ ਨਾਲ ਇੱਕ ਫਾਇਦਾ ਆਪਾਂ ਨੂੰ ਇਹ ਹੋਏਗਾ ਕਿ ਜਦੋਂ ਆਪਾਂ ਵੈਬਸਾਈਟ ਨੂੰ ਓਪਨ ਕਰਾਂਗੇ ਉਹਨੂੰ ਲੋਡ ਹੋਣ 'ਤੇ ਘੱਟ ਟਾਈਮ ਲੱਗੇਗਾ, ਤੇ ਇਨ ਫਿਊਚਰ ਜਦੋਂ ਉਹਨੂੰ ਆਪਾਂ ਅਪਡੇਟ ਕਰਨਾ ਹੈ ਉਹ ਵੀ ਆਪਣੇ ਵਾਸਤੇ ਸੌਖਾ ਹੋਏਗਾ, ਉਹਨੂੰ ਐਡਿਟ ਕਰਨਾ ਹੈ ਉਹ ਵੀ ਆਪਣੇ ਵਾਸਤੇ ਸੌਖਾ ਹੋਏਗਾ। ਦ ਡਿਜ਼ਾਈਨ ਆਫ ਦ ਵੈਬ ਪੇਜ ਸ਼ੁੱਡ ਬੀ ਸਿੰਪਲ ਐਂਡ ਇਟਸ ਨੈਵੀਗੇਸ਼ਨ ਸ਼ੁੱਡ ਬੀ ਈਜ਼ੀ। ਇਹ ਬੇਟਾ ਆਪਾਂ ਪਹਿਲੇ ਵੀ ਪੜ੍ਹ ਚੁੱਕੇ ਹਾਂ ਕਿ ਡਿਜ਼ਾਈਨ ਜਿਹੜਾ ਹੈ ਉਹਦਾ ਸਿੰਪਲ ਹੋਣਾ ਚਾਹੀਦਾ। ਨੈਵੀਗੇਸ਼ਨ ਵਰਡ ਸ਼ਾਇਦ ਤੁਸੀਂ ਪਹਿਲੇ ਵੀ ਸੁਣਿਆ ਹੋਏਗਾ। ਨੈਵੀਗੇਸ਼ਨ ਦਾ ਮਤਲਬ ਹੁੰਦਾ ਹੈ ਇੱਕ ਪੇਜ ਤੋਂ ਦੂਸਰੇ ਪੇਜ ਤੇ ਜਾਣਾ, ਦੂਸਰੇ ਪੇਜ ਤੋਂ ਪਹਿਲੇ ਪੇਜ ਤੇ ਵਾਪਸ ਆਣਾ, ਜਾਂ ਇੱਕ ਲਿੰਕ ਤੋਂ ਦੂਸਰੇ ਲਿੰਕ ਤੇ ਸ਼ਿਫਟ ਹੋਣਾ, ਉਹਨੂੰ ਆਪਾਂ ਕੀ ਬੋਲਦੇ ਹਾਂ, ਨੈਵੀਗੇਸ਼ਨ। ਨੈਕਸਟ ਇਜ਼ ਅ ਕੰਸਿਸਟੈਂਸੀ। ਦ ਡਿਜ਼ਾਈਨ ਆਫ ਐਵਰੀ ਵੈਬ ਪੇਜ in the website should be consistent. All web page should have the same button colors and navigation design so that they are easy to use and understand। ਬੇਟਾ ਕੀ ਹੈ ਕਿ ਜਦੋਂ ਆਪਾਂ ਇੱਕ ਵੈਬਸਾਈਟ ਨੂੰ ਬਣਾਉਂਦੇ ਹਾਂ ਤਾਂ
ਤਾਂ ਉਹਦੇ ਵਿੱਚ ਆਪਣੇ ਕੋਲ ਨੰਬਰ ਆਫ ਪੇਜਿਸ ਹੋਣਗੇ। ਉਹ ਡਿਪੈਂਡ ਕਰਦਾ, ਮਤਲਬ ਜੇ ਛੋਟੀ ਜਿਹੀ ਵੈਬਸਾਈਟ ਹੈ ਤਾਂ ਉਹਦੇ ਵਿੱਚ 4-5 ਪੇਜ ਹੋਣਗੇ, ਜੇ ਹੋਰ ਵੱਡੀ ਹੈ ਤਾਂ 10 ਹੋਣਗੇ, ਹੋਰ ਵੱਡੀ ਹੈ 50-100। ਨੰਬਰ ਆਫ ਪੇਜਿਸ ਡਿਪੈਂਡ ਕਰਦਾ ਉਹਦੇ ਕੰਟੈਂਟਸ 'ਤੇ ਕਿ ਉਸ ਵੈਬਸਾਈਟ ਦੇ ਵਿੱਚ ਕਿੰਨਾ ਕੁ ਡਾਟਾ ਆਪਾਂ ਰੱਖਣਾ ਹੈ। ਇੱਕ ਚੀਜ਼ ਦਾ ਆਪਾਂ ਖਿਆਲ ਇਹ ਰੱਖਣਾ ਹੈ ਕਿ ਉਸ ਵੈਬ ਪੇਜ ਦਾ ਜਿਹੜਾ ਡਿਜ਼ਾਈਨ ਹੈ, ਵੈਬਸਾਈਟ ਦਾ ਡਿਜ਼ਾਈਨ ਹੈ, ਹਰੇਕ ਪੇਜ 'ਤੇ ਸੇਮ ਹੋਣਾ ਚਾਹੀਦਾ ਹੈ। ਬਟਨਸ ਉਹਦੇ ਵਿੱਚ ਸੇਮ ਹੋਣੇ ਚਾਹੀਦੇ ਨੇ, ਨੈਵੀਗੇਸ਼ਨ ਟੂਲ ਉਹਦੇ ਵਿੱਚ ਸੇਮ ਹੋਣੇ ਚਾਹੀਦੇ ਨੇ, ਤਾਂ ਕਿ ਜਿਹੜਾ ਬੰਦਾ ਨਵਾਂ ਆਪਣੀ ਵੈਬਸਾਈਟ ਨੂੰ ਵਰਤੇ ਉਹਨੂੰ ਸਮਝਣਾ ਤੇ ਵਰਤਣਾ ਆਸਾਨ ਹੋ ਜਾਵੇ। ਉਸ ਤੋਂ ਬਾਅਦ ਬੇਟੇ ਨੈਕਸਟ ਟੌਪਿਕ ਹੈ ਆਪਣਾ ਟਾਈਪੋਗ੍ਰਾਫੀ ਐਂਡ ਯੂਜ਼ਸ ਟੈਕਸਟ। The text on the website should be clean and readable so that the search engine will be able to index the web pages। ਬੇਟੇ ਤੁਸੀਂ ਸਾਰੇ ਲੋਕਾਂ ਨੇ, ਤੁਸੀਂ ਸਾਰੇ ਬੱਚਿਆਂ ਨੇ ਗੂਗਲ ਦੀ ਵਰਤੋਂ ਕੀਤੀ ਹੋਏਗੀ। ਆਪਾਂ ਜਦੋਂ ਵੀ ਕੋਈ ਟੌਪਿਕ ਸਰਚ ਕਰਨਾ ਹੈ ਤਾਂ ਗੂਗਲ ਤੇ ਇੱਕ ਬੇਸਿਕ ਜਿਹਾ ਵਰਡ ਲਿਖਦੇ ਹਾਂ। ਫੋਰ ਐਗਜ਼ਾਮਪਲ ਮੈਂ +2 ਦਾ ਰਿਜ਼ਲਟ ਦੇਖਣਾ ਹੈ ਜਾਂ 10ਵੀਂ ਦਾ ਰਿਜ਼ਲਟ ਦੇਖਣਾ ਹੈ, ਤਾਂ ਮੈਨੂੰ ਵੈਬਸਾਈਟ ਦਾ ਨਾਮ ਨਹੀਂ ਪਤਾ, ਤਾਂ ਮੈਂ ਗੂਗਲ ਤੇ ਲਿਖਾਂਗਾ ਪੰਜਾਬ ਬੋਰਡ 10th ਰਿਜ਼ਲਟ। ਠੀਕ ਹੈ, ਹੁਣ ਜਿਹੜੀ ਤੁਹਾਡੀ ਵੈਬਸਾਈਟ ਹੈ, ਜੇਕਰ ਉਹਦੇ ਵਿੱਚ ਸਿੰਪਲ ਲਫ਼ਜ਼ਾਂ ਦੇ ਵਿੱਚ ਇਹਦਾ ਕੁਝ ਲਿਖਿਆ ਹੋਏਗਾ ਤਾਂ ਹੀ ਗੂਗਲ ਉਹਨੂੰ ਸਰਚ ਕਰ ਪਾਏਗਾ, ਅਦਰਵਾਈਜ਼ ਗੂਗਲ ਉਹਨੂੰ ਸਰਚ ਨਹੀਂ ਕਰ ਪਾਏਗਾ। ਉਹਦੇ ਕਹਿਣ ਦਾ ਮਤਲਬ ਹੈ ਕਿ ਤੁਹਾਡੀ ਵੈਬਸਾਈਟ ਦੇ ਵਿੱਚ ਜਿਹੜਾ ਟੈਕਸਟ ਤੁਸੀਂ ਲਿਖਣਾ ਹੈ ਉਹ ਕਲੀਨ ਹੋਣਾ ਚਾਹੀਦਾ ਹੈ, ਰੀਡੇਬਲ ਹੋਣਾ ਚਾਹੀਦਾ ਹੈ, ਤਾਂ ਕਿ ਜਿਹੜਾ ਸਰਚ ਇੰਜਨ ਹੈ ਉਹਨੂੰ ਲੱਭ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕੇ। ਇਨ ਵੈਬ ਪੇਜਿਸ ਦਾ ਹੈਡਿੰਗ ਐਟਸੈਟਰਾ ਸ਼ੁੱਡ ਬੀ ਅਲਾਈਕ, ਮਤਲਬ ਹੈਡਿੰਗ ਹੋਣੀ ਚਾਹੀਦੀ ਹੈ ਹਰੇਕ ਟੌਪਿਕ ਦੀ। ਲੈਂਗੁਏਜ ਸ਼ੁੱਡ ਆਲਸੋ ਬੀ ਯੂਜ਼ਡ ਇਨ ਸੱਚ ਅ ਵੇ ਦੈਟ ਆਨਲਾਈਨ ਵੈਬ ਪੇਜ ਟਰਾਂਸਲੇਟਰ ਕੈਨ ਈਜ਼ਲੀ ਟਰਾਂਸਲੇਟ ਦਾ ਵੈਬ ਪੇਜ ਇਨਟੂ ਅਨਦਰ ਲੈਂਗੁਏਜ। ਹੁਣ ਆਪਾਂ ਲੋਕਾਂ ਨੇ, ਸ਼ਾਇਦ ਤੁਸੀਂ ਲੋਕਾਂ ਨੇ ਗੂਗਲ ਤੇ ਇੱਕ ਗੂਗਲ ਟਰਾਂਸਲੇਟਰ ਨਵੀਂ ਐਪ ਆਈ ਉਹਨੂੰ ਯੂਜ਼ ਕੀਤਾ ਹੋਏਗਾ ਕਿ ਜਦੋਂ ਆਪਾਂ ਕਿਸੇ ਇੱਕ ਲੈਂਗੁਏਜ ਨੂੰ ਦੂਜੀ ਲੈਂਗੁਏਜ ਵਿੱਚ ਕਨਵਰਟ ਕਰਨਾ ਹੋਵੇ ਤਾਂ ਉਹਦੀ ਆਪਾਂ ਵਰਤੋਂ ਕਰਦੇ ਹਾਂ। ਤਾਂ ਉਹ ਹੀ ਗੱਲ ਇਹ ਕਹਿ ਰਿਹਾ ਕਿ ਉਹਦੇ ਵਿੱਚ ਤੁਹਾਡੀ ਲੈਂਗੁਏਜ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਟਰਾਂਸਲੇਟਰ ਨੂੰ ਵੀ ਤੁਹਾਡੀ ਗੱਲ ਸਮਝ ਆਏ ਤੇ ਲੋਕ ਆਸਾਨੀ ਨਾਲ ਤੁਹਾਡੇ ਲਿਖੇ ਹੋਏ ਕੰਟੈਂਟ ਨੂੰ, ਜੇਕਰ ਉਹ ਕਿਸੇ ਹੋਰ ਲੈਂਗੁਏਜ ਵਿੱਚ ਚੇਂਜ ਕਰਨਾ ਚਾਹੁੰਦੇ ਨੇ, ਤੁਹਾਨੂੰ ਟਰਾਂਸਲੇਟ ਕਰ ਸਕਣ। ਨੈਕਸਟ ਪੁਆਇੰਟ ਹੈ ਬੇਟੇ ਮਲਟੀ ਡਿਵੀਜ਼ਨਲ ਡਿਜ਼ਾਈਨ। ਨਾਊਅਡੇਜ਼ due to the increasing use of different size of display screen in smartphone and tablet, web design should be in such a way that content of web page will get properly displayed and easily used on screen of different size। ਬੇਟੇ ਕੀ ਹੈ, ਅੱਜ ਕੱਲ੍ਹ ਤੁਸੀਂ ਸਾਰੇ ਬੱਚੇ ਵੀ ਘਰ ਦੇ ਵਿੱਚ ਸਮਾਰਟਫੋਨ ਨੂੰ ਯੂਜ਼ ਕਰਦੇ ਹੋ, ਘਰ ਦੇ ਵਿੱਚ ਟੈਬਲੇਟਸ ਯੂਜ਼ ਕਰਦੇ ਹੋ ਜਿਹੜੀਆਂ ਟੈਬਸ ਆਉਂਦੀਆਂ ਨੇ, ਜਾਂ ਆਪਾਂ ਅੱਜ ਕੱਲ੍ਹ ਸਮਾਰਟ TV ਵੀ ਆਪਣੇ ਕੋਲ ਆ ਗਏ ਨੇ, ਆਪਾਂ ਯੂਜ਼ ਕਰਦੇ ਹਾਂ। ਉਹ ਇਹ ਹੁਣ ਕਹਿ ਰਹੇ ਨੇ ਕਿ ਮਲਟੀ ਡਿਵੀਜ਼ਨਲ ਡਿਜ਼ਾਈਨ ਦਾ ਮਤਲਬ ਹੈ ਉਹਦਾ ਡਿਜ਼ਾਈਨ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਡਿਵਾਈਸ ਆਪਣੇ ਕੋਲ ਜਿਹੜੀ ਮਰਜ਼ੀ ਹੋਏ, ਛੋਟੀ ਹੋਏ ਜਾਂ ਵੱਡੀ ਹੋਏ, ਉਹਦੇ ਵਿੱਚ ਜਿਹੜੀ ਸਕਰੀਨ ਹੈ ਤੁਹਾਡੀ ਅਲੱਗ-ਅਲੱਗ ਸਾਈਜ਼ ਦੇ ਵਿੱਚ ਉਸ ਤਰੀਕੇ ਦੇ ਨਾਲ ਸਾਰਿਆਂ ਨੂੰ ਨਜ਼ਰ ਆ ਸਕੇ। ਮਤਲਬ ਉਹਦਾ ਜਿਹੜਾ ਡਿਜ਼ਾਈਨ ਹੈ ਮਲਟੀ ਡਿਵੀਜ਼ਨਲ, ਅਲੱਗ-ਅਲੱਗ ਡਿਵੀਜ਼ਨ ਦੇ ਵਿੱਚ ਹੋਣਾ ਚਾਹੀਦਾ। ਨੈਕਸਟ ਟੌਪਿਕ ਹੈ ਪਿਕਚਰ, ਵੀਡੀਓਜ਼ ਐਂਡ ਆਡੀਓ। ਯਾਨੀ ਕਿ ਆਪਣੀ ਵੈਬਸਾਈਟ ਦੇ ਵਿੱਚ ਪਿਕਚਰ, ਵੀਡੀਓ, ਆਡੀਓ ਬਾਰੇ ਤਾਂ ਤੁਸੀਂ ਬੇਟਾ ਸਾਰਿਆਂ ਨੇ ਸੁਣਿਆ ਹੋਣਾ। ਪਿਕਚਰ ਯਾਨੀ ਕਿ ਫੋਟੋਜ਼, ਵੀਡੀਓ ਯਾਨੀ ਕਿ ਕੋਈ ਵੀ ਇੱਕ ਮੂਵੇਬਲ ਪਿਕਚਰਸ, ਜਾਂ ਆਡੀਓ ਜੋ ਆਪਾਂ ਸਾਊਂਡ ਸੁਣਦੇ ਹਾਂ। ਵੈਨ ਡਿਜ਼ਾਈਨਿੰਗ ਏ ਵੈਬਸਾਈਟ ਪ੍ਰੋਪਰ ਇਮੇजेस, ਵੀਡੀਓ ਐਂਡ ਆਡੀਓ ਸ਼ੁੱਡ ਬੀ ਯੂਜ਼ਡ ਐਟ the appropriate place। Generally people prefer to read text less and prefer to listen and watch audio or video। ਬੇਟਾ ਇਹ ਕਨਸੈਪਟ ਨਾ ਆਮ ਤੌਰ ਤੇ ਆਪਣੇ ਦਿਮਾਗ ਦੇ ਵਿੱਚ ਆਉਂਦਾ ਹੈ। ਮੰਨ ਲਓ ਤੁਸੀਂ ਲੋਕ ਨਿਊਜ਼ਪੇਪਰ ਪੜ੍ਹਦੇ ਹੋ, ਘਰ ਦੇ ਵਿੱਚ ਨਿਊਜ਼ਪੇਪਰ ਆਉਂਦਾ ਹੈ, ਉਸ ਨਿਊਜ਼ ਦੇ ਵਿੱਚ ਜੇਕਰ ਕੋਈ ਵੀ ਫੋਟੋ ਨਾ ਹੋਵੇ, ਸਿਰਫ ਲਿਖਿਆ ਹੀ ਲਿਖਿਆ ਹੋਵੇ, ਤਾਂ ਹੋ ਸਕਦਾ ਕਿ ਤੁਸੀਂ ਪੂਰਾ ਨਿਊਜ਼ਪੇਪਰ ਕਦੇ ਵੀ ਨਾ ਪੜ੍ਹੋ। ਕਿਉਂ? ਕਿਉਂਕਿ ਆਮ ਤੌਰ ਤੇ ਆਪਣੀ ਜੋ ਅਟਰੈਕਸ਼ਨ ਹੈ ਉਹ ਕਲਰਫੁਲ ਪੇਪਰ ਦੇ ਉੱਪਰ ਬਣਦੀ ਹੈ, ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਫੋਟੋਜ਼ ਲੱਗੀਆਂ ਨੇ। ਆਪਾਂ ਫੋਟੋ ਪਹਿਲੇ ਵੇਖਦੇ, ਨਿਊਜ਼ ਬਾਅਦ ਇਹ ਪੜ੍ਹਦੇ ਹਾਂ। ਜਿਵੇਂ ਤੁਸੀਂ ਲੋਕ ਫੇਸਬੁੱਕ ਚਲਾਉਂਦੇ ਹੋਗੇ, ਫੇਸਬੁੱਕ ਜਦੋਂ ਚਲਾਉਂਦੇ ਆ ਤਾਂ ਉਹਦੇ ਵਿੱਚ ਜੇਕਰ ਪਿਕਚਰ ਨਾ ਦਿੱਤੀ ਹੋਵੇ, ਇਕੱਲਾ ਟੈਕਸਟ ਦਿੱਤਾ ਹੋਵੇ, ਤੁਹਾਨੂੰ ਆਪਾਂ ਪੜ੍ਹਾਂਗੇ ਨਹੀਂ। ਉਵੇਂ ਉਹ ਕਹਿ ਰਿਹਾ ਹੈ ਕਿ ਅੱਜ ਕੱਲ੍ਹ ਜਾਂ ਆਮ ਤੌਰ ਤੇ ਜੋ ਲੋਕ ਨੇ ਕੋਈ ਵੀ ਡਾਟਾ ਸਰਚ ਕਰਦੇ ਨੇ ਤਾਂ ਉਹਦੇ ਵਿੱਚ ਇਕੱਲੇ ਟੈਕਸਟ ਦੀ ਬਜਾਏ ਪਿਕਚਰ, ਵੀਡੀਓ ਤੇ ਆਡੀਓ ਦੀ ਵੀ ਡਿਮਾਂਡ ਕਰਦੇ ਨੇ, ਤਾਂ ਕਿ ਉਹਨਾਂ ਨੂੰ ਵੇਖਣਾ, ਪੜ੍ਹਨਾ, ਸੁਣਨਾ ਸੌਖਾ ਹੋ ਜਾਵੇ। ਉਸ ਤੋਂ ਬਾਅਦ ਹੈ ਆਪਣੇ ਕੋਲ ਕਮਿਊਨੀਕੇਸ਼ਨ ਐਂਡ ਐਡਰੈਸ। The website should be designed in such a way that the right place should be set for different information। The URL of the web page containing special information should be easy so that it can be remembered। ਹੁਣ ਬੇਟੇ ਕੀ ਹੈ ਕਿ ਜਦੋਂ ਕਿਸੇ ਵੀ ਪਰਸਨ ਨੇ ਤੁਹਾਡੀ ਵੈਬਸਾਈਟ ਨੂੰ ਖੋਲ੍ਹਣਾ ਹੈ ਤਾਂ ਉਹਨੂੰ ਉਸ ਦਾ ਨਾਮ ਪਤਾ ਹੋਣਾ ਚਾਹੀਦਾ ਹੈ। ਹੁਣ ਜੇਕਰ ਨਾਮ ਹੀ ਆਪਾਂ ਔਖਾ ਜਿਹਾ ਰੱਖ ਦਿਆਂਗੇ ਤਾਂ ਇਨ ਫਿਊਚਰ ਉਹਨੂੰ, ਉਸ ਨਾਮ ਨੂੰ ਯਾਦ ਰੱਖਣਾ ਜਾਂ ਕਿਸੇ ਹੋਰ ਨੂੰ ਰੈਫਰ ਕਰਨਾ ਔਖਾ ਹੋ ਜਾਏਗਾ। ਇਸ ਲਈ ਜਿਹੜਾ ਨਾਮ ਹੈ ਉਹ ਤੁਹਾਡੀ ਵੈਬਸਾਈਟ ਦੇ ਕੰਟੈਂਟ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ, ਅਤੇ ਜਿੰਨਾ ਸੌਖਾ ਹੋ ਸਕੇ ਓਨਾ ਸੌਖਾ ਹੋਣਾ ਚਾਹੀਦਾ। ਇਹਦੇ ਵਿੱਚ ਬੇਟਾ ਇੱਕ ਸ਼ਬਦ ਆਇਆ URL।
ਇਹ ਇਹਦੇ ਬਾਰੇ ਮੈਨੂੰ ਲੱਗਦਾ ਤੁਸੀਂ 10ਵੀਂ ਦੇ ਵਿੱਚ ਪੜ੍ਹਿਆ ਹੋਇਆ ਹੈ, ਪਰ ਜੇਕਰ ਜੇ ਤੁਹਾਨੂੰ ਲੱਗਦਾ ਨਹੀਂ ਪੜ੍ਹੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ, ਤੁਹਾਨੂੰ ਇਹਦੇ ਬਾਰੇ ਵੀ ਮੈਂ ਕਿਸੇ ਲੈਕਚਰ ਦੇ ਵਿੱਚ ਸਮਝਾ ਦਿਆਂਗਾ। There should be features to convey updated information to the website visitor so that the new information they will be able to visit the website again। ਇਹੀ ਗੱਲ ਹੋ ਗਈ ਬੇਟੇ, ਜਿਹੜੀ ਇਨਫੋਰਮੇਸ਼ਨ ਹੈ ਉਹ ਫੀਚਰਡ ਹੋਣੀ ਚਾਹੀਦੀ ਹੈ, ਵਧੀਆ ਹੋਣੀ ਚਾਹੀਦੀ ਹੈ, ਅਪਡੇਟਡ ਹੋਣੀ ਚਾਹੀਦੀ ਟਾਈਮ ਟੂ ਟਾਈਮ, ਤਾਂ ਕਿ ਜਿਹੜਾ ਵਿਜ਼ਿਟਰ ਹੈ ਰੂਟੀਨ ਦੇ ਵਿੱਚ ਤੁਹਾਡੀ ਵੈਬਸਾਈਟ ਨੂੰ ਵਿਜ਼ਿਟ ਕਰੇ ਨਵੀਂ ਇਨਫੋਰਮੇਸ਼ਨ ਲੈਣ ਵਾਸਤੇ। ਸੋਸ਼ਲ ਸ਼ੇਅਰਿੰਗ ਫੀਚਰ ਬੇਟੇ, ਅੱਜ ਦੀ ਤਰੀਕ ਦੇ ਵਿੱਚ ਸੋਸ਼ਲ ਸ਼ੇਅਰਿੰਗ ਦਾ ਸੋਸ਼ਲ ਨੈਟਵਰਕਿੰਗ ਇੱਕ ਬੜਾ ਹੀ ਮੇਨ ਟੌਪਿਕ ਹੈ ਕਿ ਜੇਕਰ ਇਹ ਸਮਝ ਲਓ ਕਿ ਤੁਹਾਡੇ ਕੋਲ ਸੋਸ਼ਲ ਸਾਈਟਸ ਦੀ ਐਕਸੈਸ ਨਹੀਂ ਹੈਗੀ ਤਾਂ ਤੁਸੀਂ ਘਰ ਦੇ ਵਿੱਚ ਇਕੱਲੇ ਹੀ ਹੋ। Today is the time of social networking and the information that user find interesting they like to share using social media। ਹੁਣ ਜੋ ਵੀ ਤੁਹਾਡਾ ਕੰਟੈਂਟ ਹੈ, ਤੁਹਾਨੂੰ ਆਪਦੀ ਵੈਬਸਾਈਟ ਦੇ ਵਿੱਚ ਕੁਝ ਬਟਨ ਦੇਣੇ ਪੈਣਗੇ ਜਿਨ੍ਹਾਂ ਦੇ ਰਾਹੀਂ ਤੁਹਾਡਾ ਕੰਟੈਂਟ ਅਲੱਗ-ਅਲੱਗ ਸੋਸ਼ਲ ਮੀਡੀਆ ਵੈਬਸਾਈਟਸ ਦੇ ਉੱਪਰ ਸ਼ੇਅਰ ਕੀਤਾ ਜਾ ਸਕੇ। ਜੇਕਰ ਤੁਸੀਂ ਨਹੀਂ ਦਿਓਗੇ ਤਾਂ ਹੋ ਸਕਦਾ ਤੁਹਾਡੀ ਵੈਬਸਾਈਟ ਨੂੰ ਘੱਟ ਯੂਜ਼ ਕੀਤਾ ਜਾਏ। Therefore every section of the website should be so designed that the information available on the websites can be easily shared, मतलब कि easily share किया जा सके। Next है design। It has been learned from deep research that ordinary users scan web pages in an F pattern at the first glance is rarely seen on the right side of the screen। This kind of design means looking at the web page from the left to right and top to bottom, which is what most user prefer। It is same as the English alphabet F। बट अब उन्होंने F ਦੀ ਪੈਟਰਨ ਦੇ ਵਿੱਚ ਦਿਖਾਤਾ ਕਿ ਜਦੋਂ ਵੀ ਕੋਈ ਪਰਸਨ ਇੱਕ ਵੈਬਸਾਈਟ ਨੂੰ ਖੋਲ੍ਹਦਾ ਜਿਵੇਂ F ਬਣੀ ਹੁੰਦੀ ਹੈ ਆਪਣੇ ਕੋਲੇ, ਉਵੇਂ ਹੀ ਉਹ ਵੇਖਣਾ ਸ਼ੁਰੂ ਕਰਦਾ। ਯਾਨੀ ਕਿ ਸਭ ਤੋਂ ਪਹਿਲੇ ਉਹ ਕਿੱਧਰ ਦੇਖੇਗਾ, ਇਸ ਸਾਈਡ ਤੇ, ਯਾਨੀ ਕਿ ਰਾਈਟ ਸਾਈਡ ਤੇ। ਫਿਰ ਉਹ ਇੱਧਰ ਦੇਖੇਗਾ, ਫਿਰ ਨੀਚੇ ਦੇਖੇਗਾ, ਫਿਰ ਐਂ ਦੇਖੇਗਾ, ਫਿਰ ਨੀਚੇ ਦੇਖੇਗਾ, ਯਾਨੀ ਕਿ ਇੱਕ ਐਫ ਦਾ ਡਿਜ਼ਾਈਨ ਬਣ ਜਾਏਗਾ। ਇੱਕ ਇਹ ਉਹਨਾਂ ਨੇ ਮਤਲਬ ਫੰਡਾ ਦਿੱਤਾ ਹੋਇਆ ਕਿ ਡਿਜ਼ਾਈਨ ਉਸ ਤਰੀਕੇ ਦੇ ਨਾਲ ਬਣਾਇਆ ਜਾਵੇ। ਬੇਟਾ ਹੁਣ ਆਪਣੇ ਕੋਲੇ ਨੈਕਸਟ ਟੌਪਿਕ ਆ ਗਿਆ ਦ ਫੇਸਿਸ ਆਫ ਵੈਬਸਾਈਟ ਡਿਵੈਲਪਮੈਂਟ। ਹੁਣ ਜਦੋਂ ਆਪਾਂ ਕੋਈ ਵੈਬਸਾਈਟ ਨੂੰ ਬਣਾਉਣਾ ਹੈ ਤਾਂ ਉਸ ਵੈਬਸਾਈਟ ਨੂੰ ਬਣਾਉਣ ਤੋਂ ਪਹਿਲੇ ਇਹ ਨਹੀਂ ਹੈਗਾ ਕਿ ਮੈਂ ਸੋਚਿਆ ਵੈਬਸਾਈਟ ਬਣਾਉਣੀ ਹੈ ਅਤੇ ਅੱਜ ਹੀ ਮੈਂ ਸ਼ੁਰੂ ਕੀਤਾ, ਕੰਪਿਊਟਰ 'ਤੇ ਲੱਗਿਆ ਮੇਰੀ ਵੈਬਸਾਈਟ ਬਣ ਜਾਏਗੀ। ਨਹੀਂ, ਇਹਦੇ ਤੋਂ ਪਹਿਲੇ ਆਪਾਂ ਨੂੰ ਕੁਝ ਡਾਟਾ ਇਕੱਠਾ ਕਰਨਾ ਪੈਂਦਾ ਹੈ, ਕੁਝ ਪਲੈਨਿੰਗ ਕਰਨੀ ਪੈਂਦੀ ਹੈ, ਕੁਝ ਡਿਜ਼ਾਈਨ ਸੋਚਣਾ ਪੈਂਦਾ ਹੈ, ਕੁਝ ਡਿਵੈਲਪਮੈਂਟ ਕਰਨੀ ਪੈਂਦੀ ਹੈ, ਦੈਨ ਉਹਨੂੰ ਟੈਸਟ ਕਰਨਾ ਪੈਂਦਾ, ਦੈਨ ਉਹਦੀ ਮੇਨਟੇਨੈਂਸ ਕਰਨੀ ਪੈਂਦੀ ਹੈ। ਹੁਣ ਉਹਨਾਂ ਨੇ ਇਹਨਾਂ 6 ਪੁਆਇੰਟਸ ਨੇ ਮੇਨ, ਇਹਨਾਂ 6 ਬਾਰੇ ਆਪਾਂ ਨੂੰ ਦੱਸਿਆ ਗਿਆ ਹੈ। देयर आर 6 ਮੇਜਰ ਸਟੈਪਸ ਇਨ ਵੈਬਸਾਈਟ ਡਿਜ਼ਾਈਨ। ਇਹ ਬੇਟਾ ਤੈਨੂੰ ਦੱਸ ਹੀ ਦਿੱਤਾ ਕਿ 6 ਆਪਣੇ ਕੋਲ ਪੁਆਇੰਟ ਨੇ, ਇਹਨਾਂ 6 ਬਾਰੇ ਆਪਾਂ ਪੜ੍ਹਦੇ ਹਾਂ ਕਿ ਇਨਫੋਰਮੇਸ਼ਨ ਗੈਦਰਿੰਗ ਕੀ ਹੈ। ਕਿ ਮੰਨ ਲਓ ਕਿ ਮੈਂ ਇੱਕ ਵੈਬਸਾਈਟ ਬਣਾਉਣਾ ਹੈ ਤਾਂ ਪਹਿਲੇ ਮੈਂ ਦੇਖਾਂਗਾ ਕਿ ਉਸ ਵੈਬਸਾਈਟ ਦੀ ਮੈਨੂੰ ਲੋੜ ਕੀ ਹੈ, ਉਹਦੇ ਵਿੱਚ ਮੈਂ ਕੀ ਕੀ ਚੀਜ਼ਾਂ ਨੂੰ ਦਿਖਾਉਣਾ ਹੈ, ਤਾਂ ਉਹਦੇ ਵਾਸਤੇ ਮੈਂ ਕੀ ਕਰਾਂਗਾ, ਇਨਫੋਰਮੇਸ਼ਨ ਨੂੰ ਇਕੱਠਾ ਕਰਾਂਗਾ। ਫਿਰ ਉਹਨੂੰ ਮੈਂ ਪਲੈਨਿੰਗ ਕਰਾਂਗਾ ਕਿ ਇਸ ਤਰੀਕੇ ਦੇ ਨਾਲ ਡਾਟਾ ਨੂੰ ਮੈਂ ਸ਼ੋਅ ਕਰਨਾ ਹੈ। ਫਿਰ ਉਹਦਾ ਮੈਂ ਡਿਜ਼ਾਈਨ ਬਣਾਵਾਂਗਾ ਜਿਹੜਾ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਫਿਰ ਡਿਜ਼ਾਈਨ ਬਣਾਉਣ ਵਾਸਤੇ ਉਹਦੀ ਮੈਂ ਡਿਵੈਲਪਮੈਂਟ ਕਰਾਂਗਾ, ਯਾਨੀ ਕਿ HTML ਲੈਂਗੁਏਜ ਦੀ ਵਰਤੋਂ ਕਰਕੇ ਉਹਦਾ ਮੈਂ ਸਾਰਾ ਖਾਕਾ ਤਿਆਰ ਕਰਾਂਗਾ। ਉਸ ਤੋਂ ਬਾਅਦ ਜਦੋਂ ਮੇਰੀ ਵੈਬਸਾਈਟ ਬਣ ਕੇ ਤਿਆਰ ਹੋ ਜਾਏਗੀ, ਉਹਨੂੰ ਮੈਂ ਟੈਸਟ ਕਰਾਂਗਾ ਕਿ ਇਹ ਜਿਸ ਤਰ੍ਹਾਂ ਦਾ ਲੋਕ ਇਹਦੇ ਵਿੱਚ ਡਾਟਾ ਫੀਡ ਕਰਦੇ ਨੇ ਉਹਨਾਂ ਨੂੰ ਉਸ ਤਰ੍ਹਾਂ ਦੀ ਆਊਟਪੁੱਟ ਮਿਲ ਰਹੀ ਹੈ, ਕਿ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਇਹ ਵੈਬਸਾਈਟ ਚੱਲ ਰਹੀ ਹੈ। ਫਿਰ ਡਿਲੀਵਰੀ ਯਾਨੀ ਕਿ ਜਿਹਨੂੰ ਵੀ ਵੈਬਸਾਈਟ ਚਾਹੀਦੀ ਉਹਨੂੰ ਮੈਂ ਦੇ ਦੇਵਾਂਗਾ। ਦੈਨ ਇਨ ਫਿਊਚਰ ਜਿਵੇਂ ਜਿਵੇਂ ਉਹਨੂੰ ਲੋੜ ਪਏਗੀ ਉਹਦੀ ਮੈਂ ਮੇਨਟੇਨੈਂਸ ਕਰਾਂਗਾ। ਬੇਟੇ ਇਹ ਆਪਣਾ ਟੌਪਿਕ ਸੀ ਵੈਬਸਾਈਟ ਨੂੰ ਡਿਜ਼ਾਈਨ ਕਰਨਾ। ਆਪਾਂ ਕਿਸ ਤਰੀਕੇ ਦੇ ਨਾਲ ਇੱਕ ਵਧੀਆ ਵੈਬ ਪੇਜ ਡਿਜ਼ਾਈਨ ਕਰ ਸਕਦੇ ਹਾਂ। ਹੋਪ ਤੁਹਾਨੂੰ ਸਾਰੇ ਬੱਚਿਆਂ ਨੂੰ ਇਹ ਲੈਕਚਰ ਸਮਝ ਆਇਆ ਹੋਏਗਾ। ਜਲਦੀ ਹੀ ਤੁਹਾਡੇ ਸਾਹਮਣੇ ਆਪਾਂ ਅਗਲਾ ਟੌਪਿਕ ਲੈ ਕੇ ਆਵਾਂਗੇ। ਥੈਂਕ ਯੂ ਵੈਰੀ ਮੱਚ। ਇੱਕ ਗੱਲ ਹੋਰ ਬੇਟੇ, ਮੇਰਾ ਨਾਮ ਕਰਨ ਧੂੜੀਆ ਹੈ, ਕੰਪਿਊਟਰ ਫੈਕਲਟੀ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਲਾਲਾਬਾਦ। ਥੈਂਕ ਯੂ ਬੇਟਾ, ਥੈਂਕ ਯੂ।